सत श्री अकाल जी, तुसी देख रहे हो डी पंजाबी ते लाइव शो ते साडा अज दा विषय है पंजाब असैंबली चोणां 2022 बुनियादी मुद्दे हाशिए ते इस उत्ते चानना पाउण लई साडे नाल मौजूद ने साडे अज दे माहिर सीनियर जर्नलिस्ट श्री राजीव पास्कर जी। सत श्री अकाल सर, तुहाडा बहुत बहुत स्वागत है। ते उन्हां दे नाल ही मौजूद ने साडे दूसरे माहिर प्रोफैसर शिवचरण सिंह जी, तुहाडा बहुत बहुत स्वागत है सर। जिस तरह कि असीं देख रहे हैं पंजाब दे विच चोणां दा माहौल गर्म है, तो जो असीं देख रहे हैं मैं उहदे तो गल शुरू करन दी बजाए मैं पुछना चाहांगी तुहानूं सर कि जे तुहानूं मौका मिलदा अपनी पार्टी बनाउण दा तो पंजाब दे किहड़े मुद्दे ने जिहड़े तुसीं उठाओगे अपने मैनीफेस्टो विच? देखो, अगर पार्टी बनाने का मौका मिलता तो शायद मैं भी रिवायती पार्टियां वर्गा उही मुद्दे चकदा जिहड़े आ चक रहे ने, पर मैं पार्टी नहीं बनाई ना मेरा कोई इलैक्शन लड़न का मन हैगा जी। पर हाँ, गल बुनियादी मुद्दियां दी करिए तो बुनियादी मुद्दे ते कोई भी पोलिटिकल पार्टी टच ही नहीं कर रही। अनएम्पलॉयमेंट, बेरोजगारी एक वड्डा मुद्दा हैगा पंजाब दा। दूजे पासे अगर गल करिए शिक्षा का जिहड़ा स्टैंडर्ड हैगा, एजुकेशनल स्टैंडर्ड, वो कोई पंजाब विच बहुत वधिया नहीं है। भावें दिल्ली वाली पार्टी जिहड़ी आई है वो अपने शिक्षा मॉडल नूं लैके पंजाब दे विच प्रचार ते कर रही है जी, पर पंजाब जो शिक्षा मॉडल लैके आना चाहता है या जिस शिक्षा मॉडल नूं कहंदे बड़ा वधिया साडा, उहदे विच खामियां ते बहुत है जी। बिल्कुल। तीजे मुद्दे हैगे है वो खेती सैक्टर दा, जिहड़ा एग्रीकल्चर सैक्टर दा आर्थिक संकट। पंजाब दे विच जद भी इस मुद्दे नूं छेड़िया जाता है जी ते गल लोन माफ़ी तक तो ही सीमित रह जाती है जी जी। पर की करन दी लोड़ हैगी है जिहदे करके लोन माफ़ करन दी नौबत ही ना आए। खेती दे क्षेत्र नूं प्रॉफिट मेकिंग बनाना जी, और किस तरीके नाल उन्हां नूं ओ मदद देना जिहदे करके जो कोई फसल होए वो सही तरीके नाल सही दाम ते विके जी जी। उहदे वास्ते मैनूं इह लगदा है कि अज तक असीं MSP दी गल करदे हां, भावें जरूरी है इस करके क्योंकि हजे तक कोई भी सपोर्ट वो एग्रीकल्चर सैक्टर नूं नहीं हैगी। किसान चाहता है कि जिहड़ी वो फसल उगाए वो विक जाए, ਉਹਦੇ ਰੇਟ ਠੀਕ ਮਿਲਣ। ਮੈਨੂੰ ਲੱਗਦਾ ਇਸ ਚਾਹਤ ਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈਗੀ। ਬਿਲਕੁਲ। ਪਰ ਸਰਕਾਰਾਂ ਨੇ ਸਾਨੂੰ MSP ਦੇ ਉੱਤੇ ਡਿਪੈਂਡ ਕੀਤਾ ਹੋਇਆ, ਕਰਵਾਇਆ ਹੋਇਆ ਹੈ। ਜੇ ਅਸੀਂ ਵੱਖ-ਵੱਖ ਜ਼ੋਨ ਬਣਾ ਕੇ ਵੱਖ-ਵੱਖ ਫਸਲ, ਖਾਸ ਕਰਕੇ ਜਿੱਦਾਂ ਹੁਣ ਦੁਆਬਾ ਹੀ ਹੈ ਜੀ, ਦੁਆਬੇ ਦੇ ਵਿੱਚ ਆਲੂ ਦੀ ਖੇਤੀ ਹੁੰਦੀ ਹੈ, ਇਹਨੂੰ ਪੋਟੈਟੋ ਜ਼ੋਨ ਘੋਸ਼ਿਤ ਕਰਕੇ ਇਹਦੀ ਮਾਰਕੀਟਿੰਗ ਸਿਸਟਮ ਨੂੰ ਡਿਵੈਲਪ ਕਰਕੇ ਜੇ ਵਿਦੇਸ਼ਾਂ ਦੇ ਵਿੱਚ ਵੀ ਸਾਡਾ ਆਲੂ ਜਾਏ ਤੇ ਮੈਨੂੰ ਇਹ ਲੱਗਦਾ ਹੈ ਕਿ ਆਲੂ ਦੀ ਖੇਤੀ ਦੇ ਵਿੱਚ ਅਗਲੇ ਕਿਸਾਨਾਂ ਨੂੰ ਜਿਹੜੀ ਦਿੱਕਤ ਆਉਂਦੀ ਹੈ ਹਰ ਸਾਲ ਉਹ ਨਾ ਆਏ। ਬੁਨਿਆਦੀ ਮੁੱਦੇ ਬਿਲਕੁਲ ਮਿਸਿੰਗ ਹੈ। ਹਫਤਾ ਰਹਿ ਗਿਆ ਇਲੈਕਸ਼ਨ ਦੇ ਵਿੱਚ, ਪਰ ਬੁਨਿਆਦੀ ਮੁੱਦੇ ਉਹ ਹੈ ਹੀ ਨਹੀਂ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਜੂਕੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਸਾਡੇ ਨਾਲ ਪ੍ਰੋਫੈਸਰ ਸਾਹਿਬ ਬੈਠੇ ਨੇ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਪੰਜਾਬ ਦੀ ਮੌਜੂਦਾ ਐਜੂਕੇਸ਼ਨ ਸਟੇਟਸ ਨੂੰ ਵੇਖਦੇ ਹੋ, ਸਤਰ ਨੂੰ ਵੇਖਦੇ ਹੋ, ਸਕੂਲਾਂ ਦੇ ਇਨਫਰਾਸਟਰਕਚਰ ਨੂੰ ਵੇਖਦੇ ਹੋ, ਤਾਂ ਤੁਹਾਡੇ ਦਿਮਾਗ ਵਿੱਚ ਪਹਿਲੀ ਗੱਲ ਕਿਹੜੀ ਆਉਂਦੀ, ਪਹਿਲਾ ਸ਼ਬਦ ਕਿਹੜਾ ਆਉਂਦਾ ਹੈ ਤੇ ਤੁਸੀਂ ਇਹਨੂੰ ਭਵਿੱਖ ਵਿੱਚ ਕਿਸ ਜਗ੍ਹਾ ਤੇ ਵੇਖਣਾ ਚਾਹੁੰਦੇ ਹੋ? ਦੇਖੋ ਮੈਡਮ, ਮੈਂ ਸਕੂਲ ਐਜੂਕੇਸ਼ਨ ਨਾਲ ਡੀਲ ਕਰ ਰਿਹਾ ਇਸ ਟਾਈਮ। ਸਕੂਲ ਐਜੂਕੇਸ਼ਨ ਦੇ ਵਿੱਚ ਬਹੁਤ ਸਾਰੀਆਂ ਅਸੀਂ ਪ੍ਰੋਬਲਮ ਫੇਸ ਕਰ ਰਹੇ ਹਾਂ। ਜਿਵੇਂ ਸਪੋਜ਼ ਕਰ ਲਓ ਪ੍ਰਾਈਵੇਟ ਸੈਕਟਰ ਦੇ ਜਿਹੜੇ ਸਾਡੇ ਸਕੂਲ ਹੈ ਉਹਨਾਂ ਨਾਲ ਸਾਨੂੰ ਸਾਡੇ ਇੱਕ ਬੜੇ ਓਨੈਸਟ ਅਫਸਰ ਆਏ ਸੀਗੇ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀਗੀ, ਪਰ ਬੇਸਿਕ ਕਈ ਪ੍ਰੋਬਲਮਸ ਹੈਗੀਆਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਜਿਵੇਂ ਮਿਡ ਡੇ ਮੀਲ ਹੈ, ਨੰਬਰ 2 ਬੁੱਕਸ ਦੀ ਡਿਸਟ੍ਰੀਬਿਊਸ਼ਨ ਹੈ ਜੀ, ਤੇ ਅਸੀਂ ਅਨਵਾਂਟਡ ਕੰਮ ਦੇ ਵਿੱਚ ਜਿਹਦੇ ਨਾਲ ਸਾਡਾ ਕੋਈ ਲਾਗਾ ਦੇਗਾ ਹੀ ਹੈ ਨਹੀਂ, ਅਸੀਂ ਉਹਦੇ ਵਿੱਚ ਸਾਰਾ ਸਟਾਫ ਉਲਝ ਜਾਂਦੇ ਕਈ ਵਾਰੀ। ਤੇ ਸੈਕੰਡ, ਅਸੀਂ ਸੋਸ਼ਲ ਵੈਲਫੇਅਰ ਦਾ ਜਿਹੜਾ ਵਰਕ ਹੈ, ਜਿਵੇਂ ਸਪੋਜ਼ ਕਰ ਲਓ ਆਧਾਰ ਕਾਰਡ ਬਣਾਉਣੇ ਆ, ਆਧਾਰ ਕਾਰਡ ਸੈੱਟ ਕਰਨੇ ਆ, ਬੱਚਿਆਂ ਦੇ ਬੈਂਕ ਦੇ ਵਿੱਚ ਅਕਾਊਂਟ ਖੁਲਾਉਣੇ ਆ ਜੀ, ਵੋਟਾਂ ਨਾਲ ਰਿਲੇਟਡ ਕੰਮ ਕਰਨਾ ਹੈ, ਬੂਥ ਬਣਾਉਣੇ ਆ, ਬੂਥ ਦੀ ਮੇਨਟੇਨੈਂਸ ਕਰਨੀ ਹੈ। ਮਤਲਬ ਕਰੋਨਾ ਦੇ ਵਿੱਚ ਵੀ ਅਸੀਂ ਸਾਡੇ ਕਈ ਸਟਾਫ ਮੈਂਬਰਸ ਦੀਆਂ ਡਿਊਟੀਜ਼ ਲੱਗੀਆਂ ਹੈਲਥ ਦੇ ਨਾਲ। ਇਹ ਮਤਲਬ ਕਈ ਪ੍ਰੋਬਲਮਸ ਹੈ। मतलब कि टीचर्स ਜਿਹੜੇ ਨੇ ਉਹ ਬੱਚਿਆਂ ਨੂੰ ਪੜਾਉਣ ਤੋਂ ਜ਼ਿਆਦਾ ਦੂਸਰੇ ਕੰਮ ਕਰ ਰਹੇ ਆ। ਤੇ ਦੇਖੋ, ਇੱਕ ਪਾਸੇ ਅਸੀਂ ਕੰਮ ਵੀ ਕਰ ਰਹੇ ਹਾਂ, ਦੂਸਰੇ ਪਾਸੇ ਲੋਕ ਕਹਿ ਰਹੇ ਆ ਵੀ ਇਹ ਪੜਾਉਂਦੇ ਨਹੀਂ ਗੇ, ਪਰ ਕੋਈ ਸਾਡੇ ਵਿੱਚ ਡੰਗਾਈ ਦੇ ਵਿੱਚ ਵੇਖਣਾ ਨਹੀਂ ਚਾਹੁੰਦਾ। ਫੋਰ ਐਗਜ਼ਾਮਪਲ ਮਿਡ ਡੇ ਮੀਲ ਹੈ ਜੀ, 100 ਬੱਚੇ ਦਾ ਖਾਣਾ ਤਿਆਰ ਹੋਣਾ ਹੈ। ਅਸੀਂ ਇੱਕ RTI ਤਿਆਰ ਕੀਤੀ। RTI ਦੇ ਵਿੱਚ ਵੇਖਿਆ ਵੀ ਸਾਨੂੰ ਇੱਕ RTI ਪਾਈ ਤੇ ਕਈਆਂ ਨੇ ਤਾਂ ਆਖਿਆ ਯਾਰ ਇਹ ਪ੍ਰੋਬਲਮ ਬੜੀ ਹੈ। ਮੈਂ ਕਿਹਾ ਚਲੋ ਕੋਈ ਨਹੀਂ, ਆਪਾਂ ਦੇਖਦੇ ਤਾਂ ਪਿਛਲੇ 10 ਸਾਲ ਤੋਂ ਸਾਥੋਂ ਮੰਗਿਆ ਜੀ। ਸਾਨੂੰ ਇੱਕ ਬੜਾ ਵੰਡਰਫੁਲ ਆਈਡੀਆ ਮੈਂ ਦੇਖਿਆ ਜਦੋਂ ਉਹਦੇ ਵਿੱਚ ਅਸੀਂ ਦੇਖਿਆ ਵੀ ਕਿੰਨਾ ਸਰਕਾਰ ਖਰਚ ਕਰ ਰਹੀ ਹੈ। 100 ਬੱਚੇ ਤੇ 1,25,000 ਦਾ ਤਾਂ ਅਸੀਂ ਕੁਕਿੰਗ ਕਾਸਟ ਆਈ, 1,25,000 ਦਾ ਹੀ ਸਾਨੂੰ ਰਾਸ਼ਨ ਆਇਆ, 2.5 ਲੱਖ ਰੁਪਇਆ ਬਣ ਗਿਆ।
44000 ਰੁਪਇਆ 2200 ਰੁਪਇਆ ਇੱਕ ਕੁੱਕ ਨੂੰ ਆਇਆ ਸੀਗਾ, 2 ਕੁੱਕ ਦਾ 4400 ਰੁਪਇਆ, 10 ਮੰਥ ਦਾ 44000 ਰੁਪਇਆ ਸਾਨੂੰ ਉਹ ਹੈ, ਨੀਅਰ ਅਬਾਊਟ 3 ਲੱਖ ਰੁਪਇਆ ਆ ਗਿਆ 100 ਬੱਚਿਆਂ ਦਾ। ਜੀ ਜੀ ਜੀ। ਜੇ ਉਹ ਕਾਸਟ ਅਸੀਂ ਵੇਖੀਏ ਐਸਟੈਬਲਿਸ਼ਮੈਂਟ ਚਾਰजेस ਹੋਰ ਕਿੱਥੇ ਸਟੋਰ ਹੋਈ, ਕਿੱਥੋਂ ਮੂਵ ਹੋ ਕੇ ਫੂਡ ਗ੍ਰੇਨ ਸਾਡੇ ਆਇਆ, ਕਿੱਥੇ ਅਸੀਂ ਵਰਕ ਕੀਤਾ, ਤੇ ਉਹ ਨੀਅਰ ਅਬਾਊਟ ਕੀ ਹੈ ਵੀ 600 ਰੁਪਇਆ ਪਰ ਮੰਥ ਇੱਕ ਬੱਚੇ ਨੂੰ ਆ ਰਿਹਾ ਹੈ। ਜੇ ਗਵਰਨਮੈਂਟ ਇਹੀ ਪੈਸਾ ਬੱਚੇ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦੇ ਜਾਂ ਉਹਦੇ ਨਾਲ ਮਦਰ, ਜਿਵੇਂ ਬ੍ਰਾਜ਼ੀਲ ਦੀ ਐਗਜ਼ਾਮਪਲ ਅਸੀਂ ਲੈਂਦੇ ਆ, ਉੱਥੇ ਮਦਰ ਪਰਸ ਵਾਲੇ ਜਿਹੜੀ ਇਹ ਸਕੀਮ ਹੈ ਇਹਨੂੰ ਮਦਰ ਪਰਸ ਆਖਿਆ ਗਿਆ ਸੀ ਉੱਥੇ, ਵੀ ਮਦਰ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਂਦੇ ਸੀ ਬੱਚੇ। ਜੇ ਇੱਕ ਬੱਚਾ ਸਕੂਲ ਜਾ ਰਿਹਾ ਤੇ ਮਦਰ ਜੇ 2 ਬੱਚੇ ਜਾ ਰਹੇ ਆ ਤਾਂ 1200 ਰੁਪਇਆ ਆ ਗਿਆ। ਇਸ ਤਰ੍ਹਾਂ ਦੀ ਮਤਲਬ ਇੱਕ ਤਾਂ ਅਸੀਂ ਐ ਨਹੀਂ ਕਹਿ ਰਹੇ ਵੀ ਮੈਂ ਕੋਈ ਐ ਨਹੀਂ ਕਹਿ ਰਿਹਾ ਜਿਹੜੀ ਕੁੱਕ ਬੀਬੀਆਂ ਉਹ ਉਹਨਾਂ ਨੂੰ ਪਾਸੇ ਕਰ ਦਿਓ, ਕੁੱਕ ਬੀਬੀਆਂ ਦਾ ਵੀ ਵਰਕ ਹੈਗਾ ਸਾਡੇ, ਉਹ ਬੱਚਿਆਂ ਨੂੰ ਮੇਨਟੇਨ ਕਰਨ, ਉਹਨਾਂ ਨੂੰ ਪਾਣੀ ਪਿਆਉਣ, ਕਲੀਨਿੰਗ ਕਰਨ, ਜੋ ਵੀ ਆ ਉਹ ਵੀ ਅਸੀਂ ਕੰਮ ਲੈ ਸਕਦੇ ਹਾਂ। ਪਰ ਹੁਣ ਜਦੋਂ ਕੁਕਿੰਗ ਦੇ ਵਿੱਚ ਅਸੀਂ ਆ ਗਏ, 100 ਬੱਚੇ ਦਾ ਡੇਲੀ ਖਾਣਾ ਬਣਨਾ, ਕੁਆਲਿਟੀ ਬਣਾਉਣੀ ਹੈ, ਉਹਦੇ ਵਿੱਚ ਦੇਖਣਾ ਹੈ, ਤਾਂ ਇਹ ਇੱਕ ਮਤਲਬ ਇੱਕ ਟੀਚਰ ਜਿਹੜਾ ਤੁਸੀਂ ਆਪਾਂ ਕਹਿ ਦਿੰਦੇ ਮਤਲਬ ਕਿ ਜਿਸ ਤਰ੍ਹਾਂ ਸਾਡੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਅਸਲ ਕੰਮ ਨਹੀਂ ਕਰ ਰਹੀਆਂ, ਉਸੇ ਤਰ੍ਹਾਂ ਜਿਹੜੇ ਟੀਚਰਸ ਨੇ ਉਹਨਾਂ ਦਾ ਜਿਹੜਾ ਅਸਲ ਕੰਮ ਹੈ ਉਹ ਕਰਨ ਵਾਸਤੇ ਉਹਨਾਂ ਨੂੰ ਵਕਤ ਨਹੀਂ ਮਿਲ ਰਿਹਾ। ਹਾਂ, ਸੈਕੰਡ ਜਿਵੇਂ ਬੁੱਕਸ ਦੀ ਡਿਸਟ੍ਰੀਬਿਊਸ਼ਨ ਹੈ, ਬੁੱਕਸ ਪਹਿਲਾਂ ਅਸੀਂ ਪੰਜਾਬ ਬੋਰਡ ਟੈਂਡਰ ਕਰਦਾ, ਫਿਰ ਉਹ ਪ੍ਰਿੰਟ ਹੁੰਦੀਆਂ, ਫਿਰ ਉੱਥੇ ਸਟੋਰ ਹੁੰਦੀਆਂ, ਸਟੋਰ ਹੋ ਕੇ ਉੱਥੇ ਫਿਰ ਹੈੱਡਕੁਆਟਰਸ ਤੇ ਆਉਂਦੀਆਂ, ਹੈੱਡਕੁਆਟਰਸ ਤੋਂ ਸਕੂਲ ਤੇ ਆਉਂਦੀਆਂ। ਜੀ ਜੀ ਜੀ, ਠੀਕ ਹੈ। ਮੈਂ ਇੱਕ ਦਿਨ ਵੈਸੇ ਰਫ ਆਈਡੀਆ, ਮੈਂ ਗਲਤ ਵੀ ਹੋ ਸਕਦਾ ਜੀ, ਇਹ ਤਾਂ ਮਤਲਬ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਲੌਜਿਸਟਿਕਸ ਦੀਆਂ ਪ੍ਰੋਬਲਮਸ ਹੈ, ਪਰ ਅਸੀਂ ਪਾਲਿਸੀ ਦੀ, ਕਿਉਂਕਿ ਸਿਆਸੀ ਇਹ ਐਡਮਿਨਿਸਟ੍ਰੇਸ਼ਨ ਦਾ ਇੱਕ ਪੱਖ ਉਦੋਂ ਆਉਂਦਾ ਜਦੋਂ ਅਸੀਂ ਉਹਨੂੰ ਲਾਗੂ ਕਰਦੇ ਹਾਂ। ਪਰ ਜੇ ਅਸੀਂ ਪਾਲਿਸੀ ਲੈਵਲ ਤੇ ਦੇਖੀਏ ਤਾਂ ਸਰ ਮੈਂ ਹਾਇਰ ਐਜੂਕੇਸ਼ਨ ਦੇ ਬਾਰੇ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਕਿਉਂਕਿ ਤੁਸੀਂ ਜਰਨਲਿਸਟ ਹੋ, ਤੁਹਾਡਾ ਵਾਹ ਬਹੁਤ ਸਾਰੇ ਲੋਕਾਂ ਨਾਲ ਪੈਂਦਾ, ਹਰ ਵਰਗ ਦੇ ਲੋਕਾਂ ਨਾਲ ਪੈਂਦਾ, ਤੇ ਜਦੋਂ ਤੁਸੀਂ ਨੌਜਵਾਨਾਂ ਦੇ ਵਿੱਚ ਵਿਚਰਦੇ ਹੋ ਤੇ ਹਾਇਰ ਐਜੂਕੇਸ਼ਨ ਨੂੰ ਲੈ ਕੇ ਨੌਜਵਾਨਾਂ ਦੀ ਜੋ ਇਸ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਇਰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਔਰ ਉਸ ਦੇ ਨਾਲ ਜਿਸ ਤਰੀਕੇ ਦਾ ਇੰਪਲੋਇਮੈਂਟ ਦਾ ਸਿਨੈਰੀਓ ਬਣ ਰਿਹਾ, ਉਹਦੇ ਬਾਰੇ ਤੁਸੀਂ ਕੁਝ ਦੱਸੋ ਸਾਨੂੰ। ਦੇਖੋ, ਬੜਾ ਤੁਸੀਂ ਵਧੀਆ ਸਵਾਲ ਪੁੱਛਿਆ। ਹਾਇਰ ਐਜੂਕੇਸ਼ਨ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਭੇਡ ਚਾਲ ਹੈ ਜੀ। ਕੁਝ ਦਿਨ ਪਹਿਲੇ ਜਾਂ ਕੁਝ ਸਾਲ ਪਹਿਲੇ ਹਰ ਵਿਅਕਤੀ ਚਾਹੁੰਦਾ ਸੀਗਾ ਕਿ ਮੇਰਾ ਬੱਚਾ ਡਾਕਟਰ ਬਣੇ ਜਾਂ ਫਿਰ ਇੰਜੀਨੀਅਰ ਬਣੇ। ਬਿਲਕੁਲ। ਚਲੋ ਡਾਕਟਰ ਤੇ ਸਾਰੇ ਨਹੀਂ ਬਣ ਸਕਦੇ, ਉਹਦੇ ਤੇ ਹਜੇ ਵੀ ਸ਼ਾਰਟੇਜ ਹੈਗੀ ਹੈ ਕਾਲਜਿਸ ਦੀ ਜੀ, ਪਰ ਇੰਜੀਨੀਅਰ ਵਾਸਤੇ ਜਿਸ ਤਰੀਕੇ ਨਾਲ ਕਾਲਜ ਤੋਂ ਕਾਲਜ ਖੋਲੇ ਗਏ ਔਰ ਉਸ ਤੋਂ ਬਾਅਦ ਐਜੂਕੇਸ਼ਨ ਦਾ ਸਟੈਂਡਰਡ ਇਹਨਾਂ ਨਹੀਂ ਦੇ ਪਾਣਾ, ਔਰ ਅੱਜ ਤੁਸੀਂ ਦੇਖੋ ਜਿਸ ਤਰ੍ਹਾਂ ਕਹਿੰਦੇ ਇੱਟ ਪੁੱਟੋ ਤੇ ਇੰਜੀਨੀਅਰ ਮਿਲਦਾ ਜੀ ਜੀ, ਭਾਵੇਂ ਬੀਟੈਕ ਕਰਨ ਵਾਲੇ ਬੱਚਿਆਂ ਦੀ ਸੰਖਿਆ ਇੰਨੀ ਜ਼ਿਆਦਾ ਹੈ ਪਰ ਨੌਕਰੀਆਂ ਕਿੱਥੇ? ਜਦ ਤੱਕ ਤੁਸੀਂ ਪੰਜਾਬ ਦੇ ਵਿੱਚ ਕੋਈ ਆਈਟੀ ਹੱਬ ਨਹੀਂ ਬਣਾਓਗੇ, ਪੰਜਾਬ ਦੇ ਲੁਧਿਆਣਾ ਵਰਗੀ ਸਿਟੀ ਨੂੰ, ਜਲੰਧਰ ਜਾਂ ਹੋਰ ਜਿਹੜੀ ਇੰਪੋਰਟੈਂਟ ਸਿਟੀਜ਼ ਹੈ ਉਹਨੂੰ ਤੁਸੀਂ ਸਰਵਿਸ ਸੈਂਟਰ ਦਾ ਹੱਬ ਨਹੀਂ ਬਣਾਓਗੇ, ਤਦ ਤੱਕ ਤੁਸੀਂ ਜਿੰਨੇ ਮਰਜ਼ੀ ਇੰਜੀਨੀਅਰ ਪੈਦਾ ਕਰੋ ਉਹ ਲੱਗਣਗੇ ਕਿੱਥੇ ਨੌਕਰੀ। ਹਾਲਾਤ ਪੰਜਾਬ ਦੇ ਐਵੇਂ ਕਿ 12ਵੀਂ ਤੋਂ ਬਾਅਦ ਹਰ ਬੱਚਾ ਔਰ ਇਵਨ ਬੱਚਿਆਂ ਦੇ ਮਾਪੇ ਵੀ ਚਾਹੁੰਦੇ ਨੇ ਵੀ ਸਾਡਾ ਬੱਚਾ ਬਾਹਰ ਚਲੇ ਜਾਏ। ਇਹ ਬਿਲਕੁਲ ਇਹੀ ਜਿਹੜਾ ਮੁੱਦਾ ਆ, ਅਸੀਂ ਜਦੋਂ ਦੇਖ ਰਹੇ ਹਾਂ ਇਸ ਟਾਈਮ ਤੇ ਸਿਆਸੀ ਪਾਰਟੀਆਂ ਜਦੋਂ ਕੋਈ ਐਲਾਨ ਕਰਦੀਆਂ ਨੇ ਮੈਨੀਫੈਸਟੋਸ, ਤਾਂ ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਇੱਕ ਸਕੂਲ ਦਾ ਜਾਂ ਇੱਕ ਕਾਲਜ ਦਾ ਜਦੋਂ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਸੈਸ਼ਨ ਦੀ ਤਾਂ ਪੂਰੇ ਸਾਲ ਦਾ ਸਿਲੇਬਸ ਸਾਡੇ ਕੋਲ ਹੁੰਦਾ, ਪਰ ਜਿਨ੍ਹਾਂ ਨੇ 5 ਸਾਲ ਪੰਜਾਬ ਵਾਸਤੇ ਕੰਮ ਕਰਨਾ ਔਰ ਕਹਿ ਰਹੇ ਨੇ ਅਸੀਂ 5 ਸਾਲਾਂ ਦੇ ਵਿੱਚ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਵਾਂਗੇ, ਉਹਨਾਂ ਦਾ ਆਪਣਾ ਕੋਈ ਸਿਲੇਬਸ ਹੀ ਨਹੀਂ ਹੈ। ਮਤਲਬ ਕਿ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਤੱਕ ਵੀ ਮੈਨੀਫੈਸਟੋਸ ਜਿਹੜੇ ਨੇ ਪਾਰਟੀਜ਼ ਦੇ ਉਹ ਕਲੀਅਰ ਹੀ ਨਹੀਂ ਹੈਗੇ, ਤਾਂ ਕਿਸ ਤਰੀਕੇ ਨਾਲ ਅਸੀਂ ਉਹਨਾਂ ਕੋਲ ਉਮੀਦ ਕਰੀਏ ਕਿ ਉਹ ਕਿਸੇ ਸਿਲੇਬਸ ਦੇ ਅਧੀਨ, ਕਿਸੇ ਪਾਲਿਸੀ ਦੇ ਅਧੀਨ ਇਸ ਉੱਤੇ ਕੰਮ ਕਰਨਗੇ। ਬਿਲਕੁਲ ਗੱਲ ਤੇ ਹੈ ਵੇ ਕਿ ਡਿਸੀਜਨ ਹਾਲਾਤ ਇੰਨੇ ਕੁ ਮਾੜੇ ਹੋ ਗਏ ਕਿ ਹੁਣ 1-2 ਪੋਲੀਟੀਕਲ ਪਾਰਟੀਆਂ ਨੇ ਤੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਪਾਤੀ ਕਿ ਵੀ ਅਸੀਂ ਪੰਜਾਬ ਦੇ ਮੁੰਡਿਆਂ ਨੂੰ ਬਾਹਰ ਜਾਣ ਦੇ ਵਾਸਤੇ ਫੈਸਿਲਿਟੇਟ ਕਰਾਂਗੇ। ਇੱਕ ਪਾਰਟੀ ਨੇ ਤੇ ਇਹ ਵੀ ਕਹਿਤਾ ਵੀ 10 ਲੱਖ ਰੁਪਏ ਤੱਕ ਦਾ ਅਸੀਂ ਇੰਟਰਸਟ ਫ੍ਰੀ ਲੋਨ ਦੇਵਾਂਗੇ। ਇੱਕ ਪਾਰਟੀ ਨੇ ਇਹ ਵੀ ਕਹਿਤਾ ਕਿ ਆਈਲੈਟ ਸੈਂਟਰ ਖੋਲ ਕੇ ਸਰਕਾਰ ਉਹਨਾਂ ਨੂੰ ਬਾਹਰ ਭੇਜੇਗੀ ਕਿਉਂਕਿ ਉਹ ਏਜੰਟਾਂ ਦੇ ਸ਼ਿਕਾਰ ਹੋ ਜਾਂਦੇ ਨੇ। ਮਤਲਬ ਕਿ ਇੱਕ ਪਾਸੇ ਇਦਾਂ ਦੇ ਵਾਅਦੇ ਅਗਰ ਪੋਲੀਟੀਕਲ ਪਾਰਟੀਆਂ ਆਪਣੇ ਮੈਨੀਫੈਸਟੋ ਦੇ ਵਿੱਚ ਕਰ ਰਹੀ ਹੈ ਸਹੀ, ਤੇ ਲੋੜ ਤੇ ਇਸ ਗੱਲ ਦੀ ਹੈ ਕਿ ਆਪਣੇ ਬੱਚਿਆਂ ਨੂੰ, ਆਪਣੇ ਬ੍ਰੇਨ ਨੂੰ ਔਰ ਪੰਜਾਬ ਦੇ ਵਿੱਚ ਵਸਾਈਏ, ਪੰਜਾਬ ਦੇ ਵਿੱਚ ਜੌਬ ਅਪਰਚੁਨਿਟੀਜ਼ ਵਧਾ ਕੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਜੇ ਇੱਥੇ ਦਈਏ ਤੇ ਕਿਉਂ ਉਹ ਬਾਹਰ ਜਾ ਕੇ ਵੇਟਰੀ ਕਰਨ, ਕਿਉਂ ਉਹ ਬਾਹਰ ਜਾ ਕੇ ਛੋਟੇ ਮੋਟੇ ਕੰਮ ਕਰਨ, ਬਲਕਿ ਅਗਰ ਉਹ ਇੱਥੇ ਰਹਿੰਦੇ ਨੇ
ਤੇ ਉਸ ਤੋਂ ਵੀ ਵੱਧ ਪੈਸੇ ਕਮਾ ਸਕਦੇ ਆ ਜੋ ਆਪਾਂ ਸਹੀ ਤਰੀਕੇ ਨਾਲ ਉਹਨਾਂ ਨੂੰ ਸੈਲਫ ਏਮਪਲੋਇਮੈਂਟ ਦੀ ਸਕੀਮਸ ਦਈਏ ਜੀ ਜੀ ਉਹਨਾਂ ਨੂੰ ਐਜੂਕੇਸ਼ਨ ਲੋਨ ਵੀ ਦੇਣਾ ਤੇ ਇੱਥੇ ਕਿਉਂ ਨਹੀਂ ਦਿੰਦੇ ਤੇ ਨਾਲ ਪੰਜਾਬ ਦਾ ਵੀ ਜਿਹੜਾ ਵਿਕਾਸ ਹੋ ਸਕਦਾ। ਅਸੀਂ ਇਸ ਵਿਸ਼ੇ ਤੇ ਫਿਰ ਆਵਾਂਗੇ। ਅਸੀਂ ਪਹਿਲਾਂ ਦੇਖਾਂਗੇ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਵੋਟਰਾਂ ਦੇ ਲਈ ਕੁਝ ਸੁਨੇਹੇ ਨੇ। मेरी समझ लो मैं आखा बारंबार, एक गल मेरी समझ लो मैं आखा बारंबार, वोट पाउण दा बड़ा कीमती हुंदा ए अधिकार, वोट पाउण दा बड़ा कीमती हुंदा ए अधिकार। लोगों का ये मंत्र प्रजातंत्र, लोगों का ये मंत्र लेगा हिंदुस्तान परवाज। घर तू समझ ले ये राज, तेरा वोट तेरी आवाज, तेरा वोट तेरी आवाज, मेरा वोट मेरी आवाज, तेरा वोट तेरी आवाज। एक ही तरीका बस एक ही स्वराज, बोल तेरा वोट तेरी आवाज, मेरा वोट मेरी आवाज। ना कोई क्वीन when you turn 18 you got the right to vote। चल बदले अपना देश करें दूर सारे खोट, तेरा वोट तेरी आवाज, मेरा वोट मेरी आवाज। तेरे काम बोलते हैं तो आ चल मिलके आके देश को उठा, तो वरना मानना मेरा वोट, तेरा वोट तेरी आवाज, मेरा वोट मेरी आवाज, मेरा वोट मेरी आवाज, तेरा वोट तेरी आवाज। ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਦੇ ਹੋਏ ਸੁਤੰਤਰ ਨਿਰਪੱਖ ਅਤੇ ਸ਼ਾਂਤੀਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ ਜਾਤੀ ਭਾਈਚਾਰਾ ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ। ਜੈ ਹਿੰਦ, ਜੈ ਹਿੰਦ। ਕਰੋ ਚੋਣਾਂ ਦੀ ਤਿਆਰੀ, ਇਹ ਹੈ ਸਭ ਦੀ ਜ਼ਿੰਮੇਵਾਰੀ। ਤੁਹਾਡੀ ਵੋਟ ਹੀ ਤੁਹਾਡੀ ਆਵਾਜ਼ ਹੈ। ਵੋਟ ਪਾਉਣ ਜਾਣਾ ਹੈ, ਆਪਣਾ ਫਰਜ਼ ਨਿਭਾਉਣਾ ਹੈ। ਲੋਕਤੰਤਰ 'ਚ ਹਿੱਸੇਦਾਰੀ ਸਭ ਦੀ ਹੈ ਜ਼ਿੰਮੇਵਾਰੀ। ਔਰਤਾਂ ਬੁੱਢੇ ਤੇ ਜਵਾਨ ਸਾਰੇ ਹੀ ਕਰੋ ਮਤਦਾਨ। ਜਿਸ ਤਰ੍ਹਾਂ ਕਿ ਤੁਸੀਂ ਆਇਲਸ ਵਾਲਾ ਮੁੱਦਾ ਉਠਾਇਆ ਤਾਂ ਇਹ ਬਹੁਤ ਕੰਟਰਾਡਿਕਟਰੀ ਹੈਗਾ ਕਿ ਇੱਕ ਪਾਸੇ ਅਸੀਂ ਕਹਿੰਦੇ ਪਏ ਹਾਂ ਕਿ ਪੰਜਾਬ ਦਾ ਵਿਕਾਸ ਕਰਨਾ, ਦੂਜੇ ਪਾਸੇ ਅਸੀਂ ਆਪਣੇ ਨੌਜਵਾਨਾਂ ਨੂੰ ਬਾਹਰ ਭੇਜ ਰਹੇ ਹਾਂ। ਪਰ ਉਹਦੇ ਨਾਲ ਇੱਕ ਹੋਰ ਮੁੱਦਾ ਇਹ ਹੈ ਕਿ ਇੱਥੇ ਰਹਿ ਕੇ ਉਹ ਕੰਮ ਕੀ ਕਰਨ, ਕਿਉਂਕਿ ਖੇਤੀਬਾੜੀ ਦੀ ਗੱਲ ਕਰੀਏ, ਪਾਣੀ ਨੀਵਾਂ ਹੋ ਗਿਆ, ਪੋਲਿਊਸ਼ਨ ਹੋ ਗਿਆ, ਐਨਵਾਇਰਨਮੈਂਟ ਦਾ ਕਿਸੇ ਵੀ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਕੋਈ ਗੱਲ ਹੀ ਨਹੀਂ ਆਉਂਦੀ ਹੈਗੀ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਪ੍ਰੋਫੈਸਰ ਸਾਹਿਬ ਕਿ ਐਨਵਾਇਰਨਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਲਈ ਜ਼ਰੂਰੀ ਨੇ। ਦੇਖੋ ਮੈਡਮ, ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਵੀ ਜਿਵੇਂ ਸਰ ਨੇ ਆਖੀ ਸੀ ਇਨਫੋਰਮੇਸ਼ਨ ਟੈਕਨੋਲੋਜੀ ਜੀ, ਕਰੋਨਾ ਦੇ ਵਿੱਚ ਕੀ ਹੋਇਆ ਵੀ ਬਹੁਤ ਬੱਚੇ ਬਾਹਰੋਂ ਪੰਜਾਬ ਆ ਗਏ, ਉਹਨਾਂ ਨੇ ਫਰੋਮ ਦੀ ਹੋਮ ਉਹਨਾਂ ਨੇ ਕੰਮ ਕੀਤਾ, ਸੌਫਟਵੇਅਰ ਡਿਵੈਲਪਰ ਸੀਗੇ ਜੀ। ਤੇ ਇੱਕ ਤਾਂ ਉਹ ਕੀ ਹੋਇਆ, ਜਦੋਂ ਉਹਨਾਂ ਦੀ ਪੇ ਇੱਧਰ ਆਈ, ਜਦੋਂ ਡਾਲਰਸ 'ਚ ਆਈ ਜਾਂ ਜਿਸ ਵੀ ਫਾਰਮ ਦੇ ਵਿੱਚ ਆਈ, ਉਹ ਮਲਟੀਪਲਾਈ ਹੋ ਗਈ। ਇੱਕ ਦੂਸਰਾ ਸਭ ਤੋਂ ਵਧੀਆ ਪੁਆਇੰਟ ਕੀ ਹੋਇਆ, ਉਹ ਘਰੇ ਬੈਠੇ ਆ ਕੇ ਜੀ ਇਸ ਟਾਈਮ ਜੋ ਸਿਨੈਰੀਓ ਹੈ, ਜੋ ਆਪਣਾ ਇੱਕ ਗਲੋਬਲ ਵਿਲੇਜ ਬਣਿਆ ਹੋਇਆ, ਜੇ ਸਰਕਾਰ ਆਈਟੀ ਜਿਵੇਂ ਸਪੋਜ਼ ਕਰ ਲਓ, ਸਰ ਨੇ ਆਖਿਆ ਜਲੰਧਰ, ਮੈਂ ਕਹਿ ਦਿੰਦਾ ਬਠਿੰਡੇ ਖੁੱਲ੍ਹ ਜੇ, ਬਹੁਤ ਵਧੀਆ ਆਈਟੀ ਸੈਂਟਰਸ ਖੁੱਲ੍ਹ ਜਾਣ, ਸਾਡੇ ਮਾਲਵਾ ਨੂੰ ਬਹੁਤ ਫਾਇਦਾ ਹੋ ਜਾਊਗਾ। ਉੱਥੇ ਨੰਬਰ ਆਫ ਸਟੂਡੈਂਟਸ ਜਿਹੜੇ ਸਾਡੇ ਬੱਚੇ ਬਾਹਰ ਗਏ ਹੋਏ ਆ ਆਈਟੀ ਦੇ ਵਿੱਚ, ਉਹ ਉੱਥੇ ਆ ਜਾਣਗੇ ਜੀ। ਠੀਕ ਹੈ, ਉਹਨਾਂ ਦਾ ਲਾਈਫ ਸਟੈਂਡਰਡ ਪੂਰਾ ਵਧੀਆ ਹੋਊਗਾ। ਇੱਕ ਉਹ ਘਰੇ ਰਹਿਣਗੇ। ਜਿਹੜੇ ਬੱਚੇ ਮਾਪਿਓ ਡਿਟੈਚ ਹੋ ਜਾਂਦੇ, ਜਦੋਂ ਅਸੀਂ ਬਹੁਤ ਜ਼ਿਆਦਾ ਫਰਸਟ੍ਰੇਟ ਹੋ ਜਾਂਦੇ ਆ, ਅਸੀਂ ਉਦਾਸ ਹੋ ਜਾਂਦੇ ਆ, ਉਹ ਡਿਟੈਚਮੈਂਟ ਵੀ ਦੂਰ ਹੋਊਗੀ ਜੀ। ਇਸ ਤਰ੍ਹਾਂ ਗਵਰਨਮੈਂਟ ਪਾਲਿਸੀ ਕਰੇ ਕੀ ਨਹੀਂ ਹੋ ਸਕਦਾ। ਫੂਡ ਪ੍ਰੋਸੈਸਿੰਗ ਹੈ, ਫੂਡ ਪ੍ਰੋਸੈਸਿੰਗ ਦੇ ਵਿੱਚ ਮਤਲਬ ਬਹੁਤ ਸਾਰੀਆਂ ਜੌਬਸ ਕ੍ਰੀਏਟ ਹੋ ਸਕਦੀਆਂ।
ਜਿਵੇਂ ਹੁਣ ਅਸੀਂ ਅੱਗ ਲਾਉਂਦੇ ਆ, ਪੋਸਟ ਹਾਰਵੈਸਟਿੰਗ ਦੀ ਕੋਈ ਟੈਕਨੋਲੋਜੀ ਹੈ ਨਹੀਂ। ਪੋਸਟ ਹਾਰਵੈਸਟਿੰਗ ਦੇ ਵਿੱਚ ਕਈ ਬੱਚੇ ਜਾਂ ਕੋਈ ਵੀ ਯੰਗ ਵਨ ਹੈ ਉਹ ਵੀ ਉਹਦੇ ਵਿੱਚ ਅਟੈਚ ਆ ਸਕਦੇ ਆ, ਪਰਾਲੀ ਦੀਆਂ ਗੱਠਾਂ ਬਣ ਸਕਦੀਆਂ ਤੇ ਜਾਂ ਜੋ ਛਟੀਆਂ ਹੁੰਦੀਆਂ ਜਾਂ ਐਨੀ ਹਾਊ ਜਿਵੇਂ ਤੂੜੀ ਹੈ, ਮਤਲਬ ਇਹਨਾਂ ਨੂੰ ਜੇ ਅਸੀਂ ਮਸ਼ੀਨ ਟੋਟਲ ਮੈਕੈਨਾਈਜ਼ ਕਰੀਏ ਜੀ ਜੀ ਵੀ ਹੱਥਾਂ ਵਾਲਾ ਨਹੀਂ, ਇਹਦੇ ਵਿੱਚ ਵੀ ਕਈ ਮਤਲਬ ਜੌਬਸ ਦੀ ਅਪਰਚੂਨਿਟੀਜ਼ ਹੈਗੀ ਹੈ। ਜੀ ਜੀ এনवायरमेंट ਰਿਲੇਟਡ ਨਾਲ ਜਿਵੇਂ ਵੇਸਟ ਮੈਨੇਜਮੈਂਟ ਹਾਂਗਕਾਂਗ ਦੇ ਵਿੱਚ ਐਜ਼ ਅ ਰਿਸੋਰਸ ਹੈ, ਉਹ ਆਂਦੇ ਵੀ ਸਾਡੇ ਵਾਸਤੇ ਬਹੁਤ ਵਧੀਆ ਰਿਸੋਰਸ ਹੈ ਤੇ ਆਪਣੇ ਵਾਸਤੇ ਕੀ ਹੈ, ਉਹ ਫਿਲਥ ਹੈ। ਥਾਂ ਤੇ ਮਤਲਬ ਸਬਜ਼ੀਆਂ ਸੁੱਟੀਆਂ ਪਈਆਂ, ਥਾਂ ਤੇ ਉਹ ਆਪਣੇ ਪੋਲੀਥੀਨ ਦੇ ਲਿਫਾਫੇ ਹੈ, ਉਹਨਾਂ ਦੇ ਉੱਤੇ ਪਸ਼ੂ ਆਉਂਦੇ ਆ, ਵਾਰਾ ਪਸ਼ੂ ਆਉਂਦੇ ਆ। ਠੀਕ ਹੈ, ਇਹ ਚੀਜ਼ਾਂ ਨੂੰ ਜੇ ਅਸੀਂ ਮੈਨੇਜ ਕਰਾਂਗੇ, ਮੈਂ ਤਾਂ ਆਪ ਬੜਾ ਹੈਰਾਨ ਹੈ, ਸਾਰੇ ਕਹਿ ਦਿੰਦੇ ਆ ਵੀ ਅਸੀਂ ਇੱਕ ਵਰਡ ਪਾ ਦਿੰਦੇ ਅਸੀਂ ਵੇਸਟ ਮੈਨੇਜਮੈਂਟ ਕਰਾਂਗੇ। ਕਿਸ ਨਾਲ ਕਰੋਗੇ? ਜਿਹੜੇ ਜਿੰਨੇ ਵੀ ਸਾਡੇ ਸ਼ਹਿਰਾਂ ਦੇ ਡੰਪ ਆ ਉਹ ਭਰੇ ਪਏ ਆ। ਜੀ ਜੀ ਬਿਲਕੁਲ, ਉਹਨਾਂ ਡੰਪਸ ਨੂੰ ਕਿਵੇਂ ਰਿਮੂਵ ਕਰਾਂਗੇ? ਐਗਜ਼ੀਕਿਊਸ਼ਨ ਲੈਵਲ ਤੇ ਐਗਜ਼ੀਕਿਊਸ਼ਨ ਕਿਵੇਂ ਕਰਨਗੇ ਉਹ ਨਹੀਂ ਦੱਸ ਰਹੇ, ਕਿਹੜੇ ਆਫੀਸਰਸ ਕਰਨਗੇ, ਕਿਹੜੇ ਐਕਸਪਰਟ ਲਾਉਣਗੇ, ਕੀ ਵੇ ਨਾਲ, ਕੀ ਆਈਟੀ ਯੂਜ਼ ਕਰਨਗੇ ਕਿ ਮੈਨੂਅਲੀ ਰਹੂਗਾ ਕਿ ਉਵੇਂ ਹੀ ਸਿਸਟਮ ਰਹੂਗਾ। ਠੀਕ ਹੈ, ਹੁਣ ਜਿਹੜੀ ਆਪਣੇ ਘਰਾਂ ਦੇ ਵਿੱਚ ਕਿਚਨ ਦੀ ਜਿਹੜੀ ਵੇਸਟ ਆ ਉਸ ਤੋਂ ਸਭ ਤੋਂ ਬੈਸਟ ਖਾਦ ਬਣਦੀ ਹੈ। ਪਿੰਡਾਂ ਦੇ ਵਿੱਚ ਜਿਹੜੀ ਸਾਡੇ ਆਪਣੇ ਗੋਬਰ ਹੈ ਉਸ ਤੋਂ ਸਭ ਤੋਂ ਬੈਸਟ, ਜਦੋਂ ਇਨ ਦੀ ਐਬਸੈਂਸ ਆਫ 에ਅਰ, ਜਦੋਂ ਅਸੀਂ ਉਹਨੂੰ ਬੰਦ ਕਰਕੇ ਜਿਹਨੂੰ ਅਸੀਂ ਐਨਰੋਬਿਕ ਕੰਡੀਸ਼ਨਸ ਕਹਿ ਦਿੰਦੇ ਹਾਂ, ਉਹਦੇ ਵਿੱਚ ਸਭ ਤੋਂ ਬੈਸਟ ਖਾਦ ਵੀ ਬਣਦੀ, ਨਾਲ ਗੈਸ ਵੀ ਬਣਦੀ ਹੈ। ਇਸ ਤਰ੍ਹਾਂ ਦੀਆਂ ਪਾਲਿਸੀਜ਼ ਗਵਰਨਮੈਂਟ ਨੂੰ ਲੈ ਕੇ ਆਉਣੀਆਂ ਪੈਣਗੀਆਂ, ਮਤਲਬ ਐਗਜ਼ੀਕਿਊਟ ਕਰਨ ਵਾਸਤੇ। ਨੀਅਰ ਐਸੇ ਤਰ੍ਹਾਂ ਨਹੀਂ ਕਹਿ ਦੇਣਾ ਵੀ ਅਸੀਂ ਸਬਸਿਡੀਜ਼ ਦੇ ਦੇਵਾਂਗੇ ਜਾਂ ਉਸ ਨਾਲ ਕੋਈ ਹੋਊਗਾ, ਉਹਨੂੰ ਐਗਜ਼ੀਕਿਊਟ ਕਰਨ ਵਾਸਤੇ ਟਰਾਂਸਪੇਰੈਂਸੀ ਵੀ ਲਿਆਉਣੀ ਪਊਗੀ। ਜਿਸ ਤਰ੍ਹਾਂ ਐਗਜ਼ੀਕਿਊਸ਼ਨ ਦੀ ਗੱਲ ਕੀਤੀ ਪ੍ਰੋਫੈਸਰ ਸਾਹਿਬ ਨੇ, ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਜਦੋਂ ਪਾਰਟੀਜ਼ ਜਿਹੜੀਆਂ ਨੇ ਅਨਾਉਂਸਮੈਂਟਸ ਕਰਦੀਆਂ ਨੇ, ਐਲਾਨ ਕਰਦੀਆਂ ਅਸੀਂ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ, ਅਸੀਂ ਤੁਹਾਨੂੰ ਫ੍ਰੀ ਦੇ ਦੇਵਾਂਗੇ, ਅਸੀਂ ਇਹ ਵਿਕਾਸ ਕਰਾਂਗੇ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰੀਏ ਕਿ ਪੰਜਾਬ ਦੇ ਉੱਤੇ ਲਗਾਤਾਰ ਕਰਜ਼ਾ ਵੱਧਦਾ ਜਾ ਰਿਹਾ। 3 ਲੱਖ ਕਰੋੜ ਦਾ ਕਰਜ਼ਾ ਕੋਈ ਛੋਟੀ ਗੱਲ ਨਹੀਂ ਹੈ ਤੇ ਉਹਨੂੰ ਚੁਕਾਉਣਾ ਵੀ। ਹੁਣ ਉਸ ਕਰਜ਼ੇ ਨੂੰ ਚੁਕਾਉਣ ਲਈ ਇੱਕ ਕੋਈ ਬਿਜ਼ਨਸ ਪਲਾਨ, ਕੋਈ ਕਿਸੇ ਤਰੀਕੇ ਦਾ ਤੁਹਾਡੇ ਕੋਲ ਸਟਰਕਚਰ ਹੋਣਾ ਚਾਹੀਦਾ। ਤੇ ਕਦੀ ਤੁਸੀਂ ਕਿਸੇ ਪਾਰਟੀ ਨੂੰ ਸਵਾਲ ਕੀਤਾ, ਪਾਰਟੀਆਂ ਮੁੜ ਆਉਂਦੀਆਂ ਪਾਵਰ ਵਿੱਚ, ਤਾਂ ਜਦੋਂ ਤੁਸੀਂ ਕਦੀ ਇੱਦਾਂ ਦਾ ਸਵਾਲ ਕਰਦੇ ਹੋ ਤਾਂ ਤੁਹਾਨੂੰ ਕਿੱਦਾਂ ਦਾ ਜਵਾਬ ਮਿਲਦਾ? ਬਿਲਕੁਲ, ਮੈਂ ਸਵਾਲ ਕੀਤਾ ਸੀਗਾ ਪਿਛਲੇ 10 ਸਾਲ ਜਿਹੜੀ ਸਰਕਾਰ ਰਹੀ ਹੈ ਜੀ, ਉਸ ਦੌਰਾਨ ਵੀ ਇਹ ਕਰਜ਼ੇ ਦਾ ਜ਼ਿਕਰ ਹੁੰਦਾ ਸੀਗਾ, ਕਿਉਂਕਿ ਪਹਿਲੇ ਇਹ ਫਿਗਰ ਚੱਲੀ ਸੀਗੀ ਅੱਜ ਤੋਂ 15 ਸਾਲ ਪਹਿਲੇ 84,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਟੈਰਰਿਜ਼ਮ ਦੇ ਟਾਈਮ ਦੇ ਉੱਤੇ ਪੰਜਾਬ ਤੇ ਚੜਿਆ ਸੀਗਾ। ਗੱਲ ਇਹ ਚੱਲੀ ਕਿ ਗੁਜਰਾਲ ਸਾਹਿਬ ਜਦ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਨੇ ਇਹ ਮਾਫ ਕਰਤਾ। ਬਾਦਲ ਸਾਹਿਬ ਨੇ ਵੀ ਵਧਾਈ ਦਿੱਤੀ, ਬਾਦਲ ਸਾਹਿਬ ਨੂੰ ਵੀ ਵਧਾਈ ਮਿਲੀਆਂ ਕਿ ਵੀ ਉਹ ਕਰਜ਼ਾ ਮਾਫ ਹੋ ਗਿਆ। ਪਰ ਬਾਅਦ ਚੋਂ ਪਤਾ ਲੱਗਿਆ ਕਿ ਵੀ ਉਹ ਤੇ ਕਰਜ਼ਾ ਮਾਫ ਹੀ ਨਹੀਂ ਹੋਇਆ ਸੀਗਾ। ਜਦ ਇਹ ਸਵਾਲ ਕਿਸੇ ਆਗੂ ਨੂੰ ਮੈਂ ਪੁੱਛਿਆ ਤੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਤੁਸੀਂ ਸੂਬੇ ਦੀ ਕੀ, ਪੂਰੇ ਦੇਸ਼ ਦੀ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਪੁੱਛ ਲਓ, ਉਹ ਸਾਰੀ ਸਰਕਾਰਾਂ ਇੱਦਾਂ ਹੀ ਚੱਲਦੀਆਂ, ਉਧਾਰ ਤੇ ਹੀ ਚੱਲਦੀਆਂ, ਲੋਨ ਲੈ ਕੇ ਹੀ ਚੱਲਦੀਆਂ। ਕੋਈ ਵੀ ਸਰਕਾਰ ਇੱਦਾਂ ਦੀ ਨਹੀਂ ਹੈਗੀ ਜਿਹੜੀ ਬਗੈਰ ਲੋਨ ਤੋਂ ਚੱਲਦੀ ਹੋਏ। ਪਰ ਇਹਦਾ ਜਵਾਬ ਇਹ ਜ਼ਰੂਰ ਹੋ ਸਕਦਾ ਸੀਗਾ ਕਿ ਬਈ ਜਿਹੜਾ 84,000 ਕਰੋੜ ਦਾ ਕਰਜ਼ਾ ਸੀਗਾ ਅੱਜ ਉਹ 3 ਲੱਖ ਕਰੋੜ ਦਾ ਹੈ। ਔਰ ਜਿਸ ਤਰੀਕੇ ਨਾਲ ਸਾਰੀ ਪੋਲੀਟੀਕਲ ਪਾਰਟੀਆਂ ਫ੍ਰੀ ਸੇਲ ਲਾਈ ਹੋਈ ਹੈ ਦੇਣ ਵਾਸਤੇ, ਤੇ ਅੱਗੇ ਆਉਣ ਵਾਲੇ ਟਾਈਮ ਵਿੱਚ ਇਹ 3 ਲੱਖ ਕਰੋੜ ਦਾ ਕਰਜ਼ਾ 5 ਲੱਖ ਕਦੋਂ ਹੋਏਗਾ ਪਤਾ ਵੀ ਨਹੀਂ ਲੱਗਣਾ। ਮੋੜੋਗੇ ਕਿੱਦਾਂ? ਬਿਲਕੁਲ, ਕਿ ਹੁਣ ਜਦ ਗੱਲ ਕਰਜ਼ੇ ਦੀ ਕਰਦੇ ਆ, ਤੁਸੀਂ ਇਹ ਦੇਖੋ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ, ਉਹਦੇ ਵਿੱਚ ਹਰ ਪੰਜਾਬੀ ਕਰਜ਼ਦਾਰ ਹੋਏਗਾ, ਕਿਉਂਕਿ ਉਹ ਕਰਜ਼ਾ ਸਰਕਾਰਾਂ ਨਹੀਂ ਦਿੰਦੀਆਂ, ਸਰਕਾਰਾਂ ਨੇ ਤੁਹਾਡੇ ਤੋਂ ਹੀ ਲੈ ਕੇ ਦੇਣਾ ਹੈ। ਇਹ ਗੱਲ ਲੋਕਾਂ ਨੂੰ ਸਮਝ ਨਹੀਂ ਪਏਗੀ। ਔਰ ਜਦ ਗੱਲ ਸਿਸਟਮ ਨੂੰ ਚੇਂਜ ਕਰਨ ਦੀ ਆਉਂਦੀ ਹੈ, ਭਾਵੇਂ ਉਹ ਜਿੱਦਾਂ ਦਿੱਲੀ ਵਾਲੀ ਪਾਰਟੀ ਦੀ ਗੱਲ ਕਰੀਏ ਜਾਂ ਹੋਰ ਪੰਜਾਬ ਦੀ ਰਵਾਇਤੀ ਪਾਰਟੀ ਹੈ, ਉਹ ਸਾਰੇ ਇਹ ਗੱਲ ਕਹਿੰਦੇ ਨੇ ਕਿ ਮਾਫੀਆ ਨੂੰ ਖਤਮ ਕਰਕੇ ਅਸੀਂ ਇਨਕਮ ਜਨਰੇਟ ਕਰਾਂਗੇ ਔਰ ਫਿਰ ਇਹ ਪੈਸਾ ਜਿਹੜਾ ਹੈਗਾ ਲੋਕਾਂ ਦੇ ਉੱਤੇ ਖਰਚ ਕਰਾਂਗੇ। ਹੁਣ ਮਾਫੀਆ ਨੂੰ ਹੀ ਕੰਟਰੋਲ ਕਰਨਾ ਹੁੰਦਾ ਤੇ ਇਹ ਪਿਛਲੇ 5 ਸਾਲਾਂ ਵਿੱਚ ਔਰ ਉਸ ਤੋਂ ਪਹਿਲੇ 10 ਸਾਲ ਵਿੱਚ ਜਾਂ ਉਸ ਤੋਂ ਪਹਿਲੇ ਕਿੰਨੇ ਸਾਲ ਸੀ, ਮਾਫੀਆ ਪੈਦਾ ਕਿੱਦਾਂ ਹੋਇਆ? ਬਿਨਾਂ ਪੋਲੀਟੀਸ਼ੀਅਨ ਦੀ ਨੈਕਸਸ ਤੋਂ ਮਾਫੀਆ ਪੈਦਾ ਹੀ ਨਹੀਂ ਹੋ ਸਕਦਾ। ਇੱਕ ਚੀਜ਼ ਤੁਸੀਂ ਪੈਦਾ ਕੀਤੀ ਹੈ, ਹੁਣ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਹੋ, ਉਹ ਬੜੀ ਔਖੀ ਜੀ ਚੀਜ਼ ਹੈ। ਲੋਕਾਂ ਨੂੰ ਉਸੇ ਹੀ ਚੱਕਰ ਦੇ ਵਿੱਚ ਦੇਖੋ ਨਾ, ਅੱਜ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਫੜ ਲਓ, ਸਾਰੇ ਕਹਿੰਦੇ ਮਾਫੀਆ ਖਤਮ ਕਰ ਦਾਂਗੇ। ਮਾਫੀਆ ਹੈ ਕੀ? ਮਾਫੀਆ ਦੀ ਕੋਈ ਸ਼ਕਲ ਨਹੀਂ ਹੁੰਦੀ। ਮਾਫੀਆ ਦੇ ਨਾਂ ਤੇ ਪੋਲੀਟੀਸ਼ੀਅਨਸ ਇੱਕ ਦੂਜੇ ਦੇ ਖਿਲਾਫ ਸਿਰਫ ਇਲਜ਼ਾਮ ਲਾਉਂਦੇ ਨੇ ਔਰ ਜਦ ਸਰਕਾਰ ਬਣਾ ਲੈਂਦੇ ਨੇ ਫਿਰ ਉਹ ਮਾਫੀਆ ਵੀ ਉਦਾਂ ਹੀ ਚੱਲਦਾ ਰਹਿੰਦਾ ਹੈ। ਅਗਲੇ ਇਲੈਕਸ਼ਨ ਦੇ ਵਿੱਚ ਵਾਰੀ ਆਉਂਦੀ ਹੈ, ਫਿਰ ਇਸ ਮਾਫੀਆ ਦੀ ਗੱਲ ਕਰਦੇ। ਹੁਣ ਇਹ ਤੁਸੀਂ ਜਿਹੜੀ ਗੱਲ ਕੀਤੀ ਕਿ ਮਾਫੀਆ ਵੀ ਜਿਹੜਾ ਆ ਉਹ ਇੱਕ ਰਲ ਗੱਡ ਜੀ ਹੁੰਦੀ ਹੈ ਤੇ ਐਗਜ਼ੀਕਿਊਸ਼ਨ ਲੈਵਲ ਤੇ ਕੁਝ ਨਹੀਂ ਹੁੰਦਾ, ਸਿਰਫ ਐਲਾਨ ਕੀਤੇ ਜਾਂਦੇ ਨੇ। ਤਾਂ ਹੁਣ ਵੀ ਸਰ ਅਸੀਂ ਜਦੋਂ ਦੇਖ ਰਹੇ ਹਾਂ
ਤੇ ਐਲਾਨ ਕੀਤੇ ਜਿਹੜੇ ਜਾ ਰਹੇ ਨੇ, ਜਿਹੜੀ ਡਿਸਕਸ਼ਨਸ ਹੋ ਰਹੀਆਂ ਨੇ ਉਹ ਇਹ ਹੋ ਰਹੀਆਂ ਨੇ ਵੀ ਇਹਨੇ ਇਹ ਨਹੀਂ ਕੀਤਾ ਤੇ ਉਹਨੇ ਇਦਾਂ ਕੀਤਾ, ਇਹ ਗਲਤੀ ਕੀਤੀ, ਉਸ ਬੰਦੇ ਨੇ ਗਲਤ ਬੰਦਿਆਂ ਨੂੰ ਆਪਣੇ ਨਾਲ ਰਲਾਇਆ। ਹਰ ਦੂਜੇ ਚੌਥੇ ਦਿਨ ਇੱਕ ਪਾਰਟੀ 'ਚੋਂ ਇੱਕ ਬੰਦਾ ਨਿਕਲ ਕੇ ਦੂਜੀ ਪਾਰਟੀ 'ਚ ਵੜ ਰਿਹਾ ਹੈ। ਤੇ ਜਿਹੜੇ ਸਾਰੇ ਐਲਾਨ ਨੇ, ਗਾਰੰਟੀਆਂ ਦਿੱਤੀਆਂ ਜਾਂਦੀਆਂ ਨਾ, ਹੁਣ ਅਸੀਂ ਤਾਂ ਐਜ਼ ਸਿਟੀਜ਼ਨਸ ਅਸੀਂ ਹਰ ਚੀਜ਼ ਲਈ ਜਵਾਬਦੇਹ ਹਾਂ। ਹਰ ਕਾਗਜ਼ ਤੇ ਸਾਡੇ ਹਸਤਾਖਰ ਹੁੰਦੇ ਨੇ, ਸਾਡਾ ਆਧਾਰ ਕਾਰਡ, ਪੈਨ ਕਾਰਡ, ਹਰ ਤਰ੍ਹਾਂ ਦਾ ਕਾਰਡ ਲਿੰਕ ਹੁੰਦਾ। ਪਰ ਜਦੋਂ ਇਹ ਗਾਰੰਟੀਆਂ ਦਿੰਦੇ ਨੇ ਤਾਂ ਬਾਅਦ ਵਿੱਚ ਤੁਸੀਂ ਜਾ ਕੇ ਪੁੱਛੋ ਕਿ ਇਹ ਗਾਰੰਟੀ ਦਿੱਤੀ ਸੀ ਤਾਂ ਮਤਲਬ ਉਹਦਾ ਜਵਾਬ ਕੁਝ ਨਹੀਂ ਹੁੰਦਾ, ਕਿਉਂਕਿ ਕੋਈ ਲਿਖਤ ਨਹੀਂ ਹੈਗੀ। ਸੋ ਇਸ ਪ੍ਰੋਬਲਮ ਦਾ ਕੀ ਹੱਲ ਹੋ ਸਕਦਾ? ਦੇਖੋ ਮੈਡਮ, ਜਿਹੜੀ ਗੱਲ ਹੈ, ਜਦੋਂ ਅਸੀਂ ਕੰਪੇਅਰ ਕਰਦੇ ਹਾਂ ਡਿਵੈਲਪ ਨੇਸ਼ਨ ਨਾਲ ਜੀ, ਉੱਥੇ ਕੀ ਹੈ, ਉੱਥੇ ਇੰਸਟੀਟਿਊਸ਼ਨਸ ਨੂੰ ਸਟਰੋਂਗ ਕੀਤਾ, ਉੱਥੇ ਸੰਸਥਾਵਾਂ ਨੂੰ ਉਹਨਾਂ ਨੇ ਸਟਰੋਂਗ ਕੀਤਾ, ਪਰਸਨੈਲਿਟੀ ਨੂੰ ਸਟਰੋਂਗ ਨਹੀਂ ਕੀਤਾ। ਅਸੀਂ ਕੋਈ ਇੱਕ ਨੇਮ ਤੇ ਕਿਹੜੀ ਹਰ ਪਾਰਟੀ ਲੜ ਰਹੀ ਹੈ, ਕੋਈ ਕਿਸੇ ਦੇ ਨੇਮ ਤੇ ਲੜ ਰਹੀ ਹੈ, ਕੋਈ ਕਿਸੇ ਦੇ ਨੇਮ ਤੇ ਲੜ ਰਹੀ ਹੈ। ਕੋਈ ਕਹਿ ਰਿਹਾ ਵੀ ਮੈਂ ਹੈਲਥ ਸਿਸਟਮ ਨੂੰ ਇਸ ਤਰ੍ਹਾਂ ਇੰਪਰੂਵ ਕਰੂੰਗਾ, ਮੈਂ ਆਹ ਅਫੀਸਰਸ ਲਾਊਂਗਾ ਪਹਿਲੇ ਸਾਲ, ਮੈਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਹ ਓਨੈਸਟ ਅਫਸਰ ਲਾਊਂਗਾ ਹੈਡ, ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਆਹ ਹੈਡ ਲਾਊਂਗਾ, ਤੇ ਇਸ ਤੋਂ ਬਾਅਦ ਅਸੀਂ ਸੈਕੰਡ ਈਅਰ ਅਸੀਂ ਇੱਥੋਂ ਤੱਕ ਜਾਵਾਂਗੇ, ਥਰਡ ਈਅਰ ਅਸੀਂ ਉੱਥੋਂ ਤੱਕ ਜਾਵਾਂਗੇ। ਐਕਸਾਈਜ਼ ਦੇ ਵਿੱਚ ਤੁਸੀਂ ਗੱਲ ਕਰ ਲਓ, ਐਕਸਾਈਜ਼ ਦੇ ਵਿੱਚ ਅਸੀਂ ਓਨੈਸਟ ਅਫਸਰ ਲਾਵਾਂਗੇ, ਠੀਕ ਹੈ। ਪਰ ਇਹਦੇ ਨਾਲ ਕੀ ਹੈ, ਬੇਸਿਕ ਕੀ ਹੈ, ਕੋਈ ਵੀ ਆ ਜੇ, ਆਪਾਂ ਦੇਖਦੇ ਹੀ ਹਾਂ, ਕੋਈ ਆਪਾਂ ਬਾਹਰੋਂ ਤਾਂ ਹੈ ਨਹੀਂ ਗੇ, ਹਰ ਕੈਂਡੀਡੇਟ ਨੇ 2 ਕਰੋੜ ਤੋਂ ਲੈ ਕੇ 5 ਕਰੋੜ ਆਮ ਖਰਚ ਹੋ ਜਾਣਾ। ਮੈਂ ਦੇਖਦਾ ਜਿਵੇਂ ਆਮ ਸਿਟੀਜ਼ ਦੇ ਵਿੱਚ ਕਿ 30 ਵਾਰਡਸ ਹੈ, 60 ਵਿਲੇजेस ਹੈ, 60 ਪਿੰਡ ਹੈ ਤੇ 30 ਵਾਰਡ ਹੈ, 90 ਹੋ ਗਏ। ਜੇ 2-2 ਲੱਖ ਰੁਪਇਆ ਵੀ ਇੱਕ ਕੈਂਡੀਡੇਟ ਨੇ ਇੱਕ ਵਾਰਡ ਦੇ ਵਿੱਚ ਲਾਇਆ, ਦੈਟ ਇਜ਼ ਵੈਰੀ ਮਿਨੀਮਮ ਅਮਾਊਂਟ। ਤੇ 2 ਕਰੋੜ ਹੈ, 2 ਕਰੋੜ ਨੂੰ ਜੇ ਤੁਸੀਂ ਵਿਆਜ ਲਾ ਲਓ ਤੇ ਉਹ ਕੀ ਬਣ ਜਾਊਗਾ, 25 ਲੱਖ ਰੁਪਇਆ ਵਿਆਜ ਬਣ। ਇੰਨਾ ਅਸੀਂ ਖਰਚਾ ਕਰ ਰਹੇ ਹਾਂ ਕੈਂਪੇਨਿੰਗ ਦੇ ਉੱਤੇ। ਸਾਲ ਦਾ ਜਿਹੜਾ ਜੋ ਰੇਟ ਤੇ ਉਹ ਲੈਂਦੇ ਆ, ਠੀਕ ਹੈ। ਜੇ 5 ਕਰੋੜ ਲਾਇਆ ਤਾਂ 60 ਲੱਖ ਵਿਆਜ ਬਣ ਜਾਊਗਾ। ਤੇ ਫਿਰ ਉਹ ਕੀ ਹੈ, ਮਾਫੀਆ ਨੂੰ ਕਿਵੇਂ ਖਤਮ ਕਰਨਗੇ? ਉਹ ਤਾਂ ਮਾਫੀਆ ਨੂੰ ਆਪ ਆਵਾਜ਼ਾਂ ਮਾਰਨਗੇ, ਭਾਈ ਆ ਤੇ ਅਸੀਂ ਤਾਂ ਆਪਦਾ ਲੋਨ ਵੀ ਲਾਉਣਾ ਤੇ ਨਾਲ ਕੋਈ ਜਾਇਦਾਦ ਵੀ ਜੋੜਨੀ ਹੈ। ਜੀ ਬਿਲਕੁਲ, ਕਿਉਂਕਿ ਜਿਹੜਾ ਪੈਸਾ ਜਿਹੜਾ ਲੋਕਾਂ ਦਾ ਉਹ ਜਦੋਂ ਪਾਲਿਸੀਜ਼ ਉੱਤੇ ਖਰਚ ਹੋਏਗਾ ਤੇ ਲੋਕ ਜਿਹੜੇ ਨੇ ਉਹ ਤਾਈਓ ਟੈਕਸ ਦੇਣ ਵਾਸਤੇ ਵੀ ਉਹੀ ਠੇਕੇਦਾਰ ਟੈਂਡਰ ਲੈਣਗੇ ਰੋਡਸ ਤੇ, ਜਿਹੜੇ ਪੇ ਕਰਨਗੇ ਉਹਨਾਂ ਨੂੰ, ਜਿਹੜੇ ਉਹੀ ਕੰਟਰੈਕਟਰਸ, ਉਹੀ ਐਕਸਾਈਜ਼ ਦੇ ਠੇਕੇਦਾਰ ਹੋਣਗੇ, ਉਹੀ ਮਾਈਨਿੰਗ ਦੇ ਠੇਕੇਦਾਰ ਹੋਣਗੇ। ਕਹਿਣ ਦਾ ਮਤਲਬ ਕੀ ਹੈ, ਇਹਨਾਂ ਨੂੰ ਪਹਿਲਾਂ ਲੋਕਾਂ ਨੂੰ ਇਹ ਚਾਹੀਦਾ ਵੀ ਆਹ ਇੰਸਟੀਟਿਊਸ਼ਨਸ ਤੁਸੀਂ ਕਿਵੇਂ ਸਟਰੋਂਗ ਕਰੋਗੇ। ਫੋਰ ਐਗਜ਼ਾਮਪਲ ਮੁਕਤਸਰ ਹੈ, ਮੁਕਤਸਰ ਦੇ ਵਿੱਚ ਜੇ ਰੈਗੂਲਰ 2 ਲਾਈਨਮੈਨ ਹੈ ਤੇ ਸਾਰੀ ਰਾਤ ਉਹ ਫਾਇਰ ਟੰਗੇ ਰਹਿੰਦੇ ਆ, ਹੁਣ ਅਸੀਂ ਘਟੋੜੇ ਤਾਂ ਪੁੱਛੀਏ, ਭਾਈ ਤੁਸੀਂ ਬਿਜਲੀ ਬੋਰਡ ਨੂੰ ਤੁਸੀਂ ਜਾਂ PSPL ਨੂੰ ਕਿਵੇਂ ਸਟਰੋਂਗ ਕਰੋਗੇ? ਕਿੰਨੇ ਜੇਈ ਲਿਆ ਕੇ ਦਿਓਗੇ? ਕਿੰਨੇ ਲਾਈਨਮੈਨ ਲਿਆ ਕੇ ਦਿਓਗੇ? ਕਿੰਨੇ ਵਾਹੀਕਲ ਲਿਆ ਕੇ ਦਿਓਗੇ? ਕੀ ਉਹਨਾਂ ਕੋਲੇ ਪਲਾਸ ਹੋਣਗੇ? ਕੀ ਉਹਨਾਂ ਕੋਲੇ ਟੇਪ ਹੋਊਗੀ? ਕੀ ਉਹਨਾਂ ਕੋਲੇ ਪੌੜੀਆਂ ਹੋਣਗੀਆਂ? ਬਿਲਕੁਲ ਪ੍ਰੈਕਟੀਕਲ ਲੈਵਲ ਤੇ ਆ ਕੇ ਜੇ ਗੱਲ ਕਰੀਏ ਤਾਂ ਫਿਰ ਸਾਡੇ ਕੋਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਨਿਘਾਰ ਹੀ ਹੁੰਦਾ ਜਾ ਰਿਹਾ ਉਹਦਾ। ਤੇ ਇੱਕ ਜਿਹੜਾ ਮੁੱਦਾ, ਕਿਉਂਕਿ ਸਾਡੇ ਕੋਲ ਵਕਤ ਦੀ ਥੋੜੀ ਕਮੀ ਹੈ ਪਰ ਉਹ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਲਈ, ਇਹ ਨਸ਼ਿਆਂ ਦਾ ਮੁੱਦਾ। ਤਾਂ ਅਸੀਂ ਹਮੇਸ਼ਾ ਤੋਂ ਸੁਣਦੇ ਆ ਰਹੇ ਹਾਂ, ਸਾਡੇ ਤੋਂ ਪਹਿਲੀ ਜਨਰੇਸ਼ਨ, ਉਸ ਤੋਂ ਪਹਿਲੀ ਜਨਰੇਸ਼ਨ, ਕਿ ਅਸੀਂ ਨਸ਼ੇ ਖਤਮ ਕਰ ਦੇਣੇ। ਜਿਹੜੀ ਪਾਰਟੀ ਆਉਂਦੀ ਉਹ ਕਹਿੰਦੀ ਅਸੀਂ ਖਤਮ ਕਰਤਾ ਜੀ, ਪਰ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਦੇਖਦੇ ਹਾਂ ਤਾਂ ਹਰ ਦੂਜੇ ਦਿਨ ਅਸੀਂ ਕੋਈ ਨਾ ਕੋਈ ਖਬਰ ਸੁਣ ਲੈਂਦੇ ਹਾਂ। ਤੋ ਇਸ ਬਾਰੇ ਸਰ ਕਿਸੇ ਪਾਰਟੀ ਦਾ ਕੋਈ ਏਜੰਡਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਵਾਕਈ ਇਹ ਸੋਲਿਡ ਹੈ, ਇਹਦੇ ਨਾਲ ਕੁਝ ਹੋ ਸਕਦਾ? ਏਜੰਡੇ ਤੇ ਹਰ ਪੋਲੀਟੀਕਲ ਪਾਰਟੀ ਦੇ ਹੈਗੇ। 2017 ਦੇ ਵਿੱਚ ਗੁਟਕਾ ਸਾਹਿਬ ਹੱਥ 'ਚ ਰੱਖ ਕੇ ਸਹੁੰ ਵੀ ਚੱਕੀ ਗਈ ਸੀ ਜੀ। ਇਹ ਵੀ ਕਿਹਾ ਗਿਆ ਸੀਗਾ ਕਿ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਜੀ ਜੀ। ਬਾਅਦ ਚੋਂ ਜਦ ਨਹੀਂ ਖਤਮ ਹੋਇਆ ਫਿਰ ਕਹਿੰਦੇ ਅਸੀਂ ਤੇ ਲੱਕ ਤੋੜਨ ਦੀ ਗੱਲ ਕੀਤੀ ਸੀ। ਹੁਣ ਨਸ਼ੇ ਦਾ ਲੱਕ ਕੀ ਹੁੰਦਾ ਪਤਾ ਨਹੀਂ, ਪਰ ਹੁਣ ਅੱਜ ਜਦ 2022 ਦੇ ਵਿੱਚ ਆ ਫਿਰ ਉਹ ਨਸ਼ੇ ਦਾ ਮੁੱਦਾ ਹੈ, ਪਰ ਉਸ ਪੁਰਜ਼ੋਰ ਤਰੀਕੇ ਨਾਲ ਨਹੀਂ ਹੈ। ਕੁਝ ਪੋਲੀਟੀਕਲ ਪਾਰਟੀਆਂ ਨੇ ਵਾਅਦਾ ਜ਼ਰੂਰ ਕੀਤਾ ਵੀ 6 ਹਫ਼ਤੇ ਤੱਕ ਖਤਮ ਕਰਾਂਗੇ, ਕੋਈ ਕਹਿੰਦਾ 6 ਮਹੀਨੇ ਤੱਕ ਖਤਮ ਕਰਾਂਗੇ, ਪਰ ਖਤਮ ਕਿੱਦਾਂ ਕਰਨਗੇ? ਜਦ ਤੱਕ ਪੁਲਿਸ ਪੋਲੀਟੀਸ਼ੀਅਨ ਦਾ ਨੈਕਸਸ ਰਹੇਗਾ ਨਸ਼ੇ ਨੂੰ। ਅੱਜ ਵੀ ਤੁਸੀਂ ਜਲੰਧਰ ਦੀ ਖਬਰ ਹੈਗੀ ਹੈ, ਇੱਕ ਵੱਡਾ ਇੱਕ ਨਸ਼ੇ ਦਾ ਇੱਕ ਰੈਕਟ ਫੜਿਆ ਹੈ, ਜਿਹਦੇ ਵਿੱਚ ਇੱਕ ਪੁਲਿਸ ਅਫਸਰ ਦੀ ਵੀ ਗ੍ਰਿਫਤਾਰੀ ਹੋਈ ਹੈ। ਚਲੋ ਉਹ ਹੁਣ ਤੇ ਰਿਟਾਇਰ ਹੋ ਗਏ ਸੀਗੇ, ਔਰ ਉਹਦੇ ਵਿੱਚ ਇੱਕ ਕਬੱਡੀ ਪਲੇਅਰ ਵੀ ਹੈਗਾ ਕਪੂਰਥਲੇ ਦਾ ਜਿਹੜਾ ਰਹਿੰਦਾ ਸੀਗਾ, ਔਰ ਮਹਿੰਗੀ ਗੱਡੀਆਂ। ਇੱਦਾਂ ਦੇ ਹਾਲਾਤ ਵਿੱਚ ਜਦ ਤੱਕ ਤੁਸੀਂ ਇਸ ਨੈਕਸਸ ਦਾ ਲੱਕ ਨਹੀਂ ਤੋੜੋਗੇ ਤੇ ਨਸ਼ੇ ਦਾ ਲੱਕ ਨਹੀਂ ਟੁੱਟਣਾ। ਵੈਸੇ ਜਿਸ ਤਰ੍ਹਾਂ ਦੇ ਮੁੱਦੇ ਪੰਜਾਬ ਦੇ ਹੈਗੇ ਨੇ, ਸਾਨੂੰ ਲੱਗਦਾ ਹੈ ਕਿ ਪੰਜਾਬ ਦਾ ਦਿਨੋਂ ਦਿਨ ਹੀ ਲੱਤ ਬਾਂਹ ਸਭ ਕੁਝ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਜ਼ਰੂਰਤ ਇਹ ਹੈਗੀ ਹੈ ਕਿ ਲੋਕਾਂ ਨੂੰ ਸਵਾਲ ਕਰਨੇ ਜ਼ਰੂਰੀ ਨੇ। ਜਿੰਨੀ ਦੇਰ ਤੱਕ ਅਸੀਂ ਸਵਾਲ ਨਹੀਂ ਕਰਦੇ, ਅਸੀਂ ਬਾਹਰ ਨਿਕਲ ਕੇ ਪੁੱਛਦੇ ਨਹੀਂ ਕਿ ਜੋ ਗਾਰੰਟੀਆਂ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਪੂਰਾ ਕਰਨ ਦੀ ਕੀ ਗਾਰੰਟੀ ਹੈ।
ਜਦੋਂ ਤੱਕ ਅਸੀਂ ਲਿਖਤੀ ਤੌਰ ਤੇ ਜਾਂ ਕਿਸੇ ਲੀਗਲ ਤਰੀਕੇ ਦੇ ਨਾਲ ਅੱਗੇ ਨਹੀਂ ਵਧਦੇ ਤੇ ਅਸੀਂ ਆਪਣੇ ਹੱਕਾਂ ਨੂੰ ਨਹੀਂ ਸਮਝਦੇ ਤੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਦੇ, ਉਦੋਂ ਤੱਕ ਸਾਡੇ ਹਾਲਾਤ ਬਦਲ ਨਹੀਂ ਸਕਦੇ। ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਜੀ ਕਿ ਤੁਸੀਂ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ। ਤੇ ਸਰ ਤੁਸੀਂ ਇਹਨਾਂ ਮੁੱਦਿਆਂ ਤੇ ਚਾਨਣਾ ਪਾਇਆ, ਉਹਦੇ ਲਈ ਤੁਹਾਡਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਮੈਮ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।